ਲਾਂਤਾਂ ਦੀ ਆਵਾਜ਼ ਜਾਰੀ ਜਾ ਰਹੀ है जनाब। ਜਦੋਂ ਸੜਕਾਂ ਦੇ ਕਿਸਾਨ ਖੜੇ ਕਹਿ ਰਹੇ ਠੱਗ ਪਾਰਟੀ ਮੁਰਦਾਬਾਦ, ਬਾਦਲ ਮੁਰਦਾਬਾਦ, ਕੋਲੋਂ ਹੀ ਲੰਘ ਰਹੇ ਨੇ। ਚੱਪਣੀ ਹੁੰਦੀ ਹੈ ਨਾ, ਮੈਂ ਕਹਿੰਦਾ ਜੇ ਨਹੀਂ ਲੱਭਦੀ ਚਮਚਾ ਦੇ ਹੈਗਾ ਘਰ ਦੇ ਵਿੱਚ ਇਹਨਾਂ ਦੇ। ਤੇ ਜਦੋਂ ਇਦਾਂ ਦੀਆਂ ਲਾਂਤਾਂ ਪੈਣ ਤੇ ਚਮਚੇ ਵਿੱਚ ਨੱਕ ਡਬੋ ਕੇ ਸੁੱਖੇ ਵਰਗਿਆਂ ਨੂੰ ਜਾਂ ਇਹ ਜਿਹੜੇ ਲਾਂਤੀ ਨੇ ਇਹਨਾਂ ਨੂੰ ਮਰ ਜਾਣਾ ਚਾਹੀਦਾ, ਲੋਕਾਂ 'ਚ ਆਉਣਾ ਨਹੀਂ ਚਾਹੀਦਾ। ਮੋਰਚੇ ਲਗਾਉਂਦੀ ਸੀ, ਧਰਨੇ ਲਗਾਉਂਦੀ ਸੀ, ਫਿਰ ਤੁਹਾਨੂੰ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਧਰਨੇ ਲਗਾਦੇ ਨੇ ਝਲਕ ਦਿਖਾਈ ਦਿੱਤੀ ਪੁਰਾਣੀ ਪਾਰਟੀ ਦੀ? ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਲਾਂਤੀਆਂ ਦੀ ਪਾਰਟੀ ਨਾਲ ਵੇਖਦਾ ਵੀ ਲਾਂਤੀ ਇਕੱਠੇ ਹੋਏ ਨੇ। ਇਹ ਕੋਈ ਧਾਰਮਿਕ ਮੁੱਦਾ ਤਾਂ ਹੈ ਨਹੀਂ, ਤਖਤਾਂ ਨੂੰ ਰੈਲੀ ਕੱਢਣ ਦਾ ਕੀ ਇਹਨਾਂ ਨੂੰ ਫਾਇਦਾ ਹੋਇਆ? ਬੀਬੀ ਸਿਮਰੋ ਨੇ ਸਿਆਣ ਕੀਤੇ ਨੇ ਪਹਿਲਾਂ 3 ਸਤੰਬਰ ਤੱਕ ਤਾਂ ਪੂਰੇ ਸੋਲੇ ਖਾਂਦੀ ਰਹੀ ਆ ਕਾਨੂੰਨਾਂ ਦੇ। ਉਹਦਾ ਕਿਸਾਨਾਂ ਨੇ ਧੌਣ 'ਚ ਡੰਡਾ ਦਿੱਤਾ, ਇਹਨਾਂ ਦੇ ਧੌਣ ਤੇ ਗੋਡਾ ਰੱਖਿਆ ਤਾਂ ਅਸਤੀਫਾ ਦਿੱਤਾ ਹੈ। ਉਹ ਅਸਤੀਫੇ ਤੋਂ ਬਾਅਦ ਵੀ ਕਹਿੰਦੀ ਹੈ ਵੀ ਮੈਂ ਬਿੱਲੋਂ ਕੇ ਖਿਲਾਫ ਨਹੀਂ ਆ, ਕਿਸਾਨ ਬਿੱਲਾਂ ਦੇ ਖਿਲਾਫ ਨੇ। ਮੋਦੀ ਨੇ ਪੰਜਾਬੀ 'ਚ ਟਵੀਟ ਕੀਤਾ, ਫਿਰ ਤੁਹਾਨੂੰ ਲੱਗਦਾ ਕਿ ਇਹ ਸੰਘਰਸ਼ ਦੀ ਆਵਾਜ਼ ਦਿੱਲੀ 'ਚ ਗੂੰਜੀ ਹੈ ਜਾ ਕੇ ਕਿਤੇ ਨਾ ਕਿਤੇ, ਤਾਂ ਪੰਜਾਬੀ 'ਚ ਟਵੀਟ ਹੋਇਆ? ਅੱਜ ਮੋਦੀ ਤੇ ਪੰਜਾਬੀ ਬੋਲਣ ਵੀ ਲੱਗੇਗਾ। ਤੁਸੀਂ ਕਹਿੰਦੇ ਸੰਘਰਸ਼ ਦੀ ਆਵਾਜ਼ ਤੇ ਟਵੀਟ ਕੀਤਾ। ਤੁਸੀਂ ਆਉਣ ਵਾਲੇ ਸਮੇਂ 'ਚ ਵੇਖ ਲਓ, ਜਦੋਂ 2022 ਦੇ ਇਲੈਕਸ਼ਨ ਆ ਗਏ ਨਾ, ਮੋਦੀ ਪੰਜਾਬ 'ਚ ਪੰਜਾਬੀ ਬੋਲੇਗਾ। ਲਿਖਾ ਲਓ ਮੇਰੇ ਕੋਲ। ਹੁਣ ਵੀ ਤੇ ਬੀਜੇਪੀ ਦੇ ਨਾਲ ਅੰਮ੍ਰਿਤਸਰ ਸਾਹਿਬ ਭੰਗੜਾ ਪਾਇਆ, 2 ਪੱਗਾਂ ਨੇ ਖੜੇ ਸੀ। ਹੁਣ ਸਰਦਾਰ ਨੂੰ ਕੀ ਕਰੀਏ? ਸਰਦਾਰ ਕੱਲਾ ਪੱਗ ਕਰਕੇ ਥੋੜੀ ਹੈ ਜਨਾਬ। ਮੈਂ ਪੱਗ ਬੰਨੀ, ਮੈਂ ਦਾੜੀ ਰੱਖੀ, ਮੇਰੀ ਸੋਚ ਨਾਲੋਂ ਤੁਸੀਂ ਦਾੜੀ ਕੱਟੀ, ਤੁਹਾਡੀ ਜ਼ਿਆਦਾ ਵਧੀਆ ਹੋ ਸਕਦੀ ਹੈ। ਇਹ ਮੇਰੇ ਮੱਥੇ ਤੇ ਨਹੀਂ ਲਿਖਿਆ ਵੀ ਜੇ ਮੈਂ ਸਰਦਾਰ ਹਾਂ ਮੇਰੀ ਸੋਚ ਚੰਗੀ ਹੈ। ਕਹਿ ਰਹੇ ਨੇ ਕਿ ਰਾਹੁਲ ਗਾਂਧੀ ਕੀ ਅਸੀਂ ਪੰਜਾਬ ਦੇ ਹੱਕਾਂ ਲੜਾਈ ਲੜਾਂਗੇ, ਜਦੋਂ ਤੇ ਵੋਟਿੰਗ ਹੁੰਦੀ ਉਦੋਂ ਗਾਇਬ ਹੋ ਜਾਂਦੇ ਨੇ। ਭਾਈ ਤੁਹਾਡਾ ਅੱਗੇ ਹੋਵੇ ਤਾਂ ਨਾਂ ਬਦਲਣਾ ਕਿ ਰਾਹੁਲ ਗਾਂਧੀ ਦਾ ਪੱਪੂ। ਪੱਪੂ ਸ਼ਬਦ ਉਹਦੇ ਵਾਸਤੇ ਵਰਤਣਾ। ਪੱਪੂ ਪੰਜਾਬ ਆਇਆ, ਕਾਂਗਰਸ ਨੂੰ ਕੀ ਵੇਖਣਾ ਆਪਾਂ? ਮੈਨੂੰ ਜਵਾਬ ਦਿਓ ਤੁਸੀਂ। ਪੱਪੂ ਨੂੰ ਲੋੜ ਸੀ ਦਿੱਲੀ ਬਹਿੰਦਾ ਤੇ ਇੱਥੋਂ ਵਾਲੇ ਛੋਟੇ ਪੱਪੂਆਂ ਨੂੰ, ਨਿਆਣਿਆਂ ਨੂੰ ਦਿੱਲੀ ਬੁਲਾਉਂਦਾ। ਕਾਂਗਰਸ ਦੇ ਜਿਹੜੇ ਸਾਰੇ ਉਹਦੇ ਨਿਆਣੇ ਹੀ ਨੇ, ਹੁਣ ਕੈਪਟਨ ਵਰਗੇ ਵੀ ਨਿਆਣੇ ਹੀ ਨੇ ਰਾਹੁਲ ਪੱਪੂ ਦੇ। ਨਹੀਂ ਲੰਗਰ ਵੀ ਲਾਤੇ ਐਸਜੀਪੀਸੀ, ਲੰਗਰ ਲਾਉਣ ਦਾ ਕਿਹਨਾਂ ਨੂੰ ਹੱਕ ਦੇ ਦਿੱਤਾ ਰਾਜਨੀਤਿਕ ਪਾਰਟੀਆਂ ਨੂੰ? ਫਿਰ ਭਾਜੀ ਉਹ ਵੀ ਕੀ ਕਰੇ, ਲਿਫਾਫੇ ਵਿੱਚੋਂ ਨਿਕਲਿਆ। ਜਦੋਂ ਲਿਫਾਫਾ ਸੁਖਬੀਰ ਨੇ ਖੋਲ ਕੇ ਹਰਪ੍ਰੀਤ ਸਿੰਘ ਜਥੇਦਾਰ ਨੂੰ ਖੜਾ ਕੀਤਾ ਹੈ, ਫਿਰ ਕਿਵੇਂ ਭਾਜੀ ਤੋਤਾ ਕਿਵੇਂ ਬੋਲ ਜੇ? ਜਦੋਂ ਤੋਤੇ ਦੀ ਗਿੱਚੀ ਜਿਹੜੀ ਆ ਮਾਲਕ ਦੇ ਹੱਥ ਵਿੱਚ ਹੈ ਤੇ ਤੋਤਾ ਭਾਜੀ ਕੋਸ਼ਿਸ਼ ਨਹੀਂ ਕਰੇ, ਉਹ ਤੋਤੇ ਨੇ ਸਾਰੇ। ਜਿਹੜੇ ਬੰਦੇ ਟਰੈਕਟਰ ਸ਼ਰਾਬ ਤੇ ਪੈਸੇ ਲਏ ਨੇ, ਫਿਰ ਉਹਦਾ ਹੱਕ ਹੈਗਾ ਕਿ ਦਿੱਲੀ ਜਾ ਕੇ ਪ੍ਰੋਟੈਸਟ ਕਰੇ, ਉਹਦਾ ਹੱਕ ਬਣਦਾ। ਕੱਲ ਨੂੰ ਐਮਐਲਏ ਜਾ ਕੇ ਕਹੇ ਮੇਰਾ ਕੰਮ ਕਰੇ, ਉਹਦਾ ਵੀ ਹੱਕ ਹੀ ਨਹੀਂ ਬਣਦਾ। ਜਿਹੜਾ ਬੰਦਾ 2000 ਦੇ ਨੋਟ ਤੇ ਸ਼ਰਾਬ ਤੇ ਟਰੈਕਟਰਾਂ ਤੇ ਇਹਨਾਂ ਚੀਜ਼ਾਂ ਤੇ ਮਤਲਬ ਆਪਣੀ ਵੋਟ ਵੇਚਦਾ, ਸਮਝ ਲੈ ਆਪਣੀ ਮਾਂ, ਆਪਣੀ ਧੀ, ਆਪਣੇ ਪੁੱਤ ਨੂੰ ਵੇਚਿਆ ਮੈਂ ਇਹਨਾਂ ਗੱਦਾਰਾਂ ਦੇ ਕੋਲ। ਅਸੀਂ ਸਰ ਮੌਜੂਦ ਹਾਂ ਸ਼ੰਭੂ ਬਾਰਡਰ ਤੇ ਸ਼ੰਭੂ ਬਾਰਡਰ ਤੇ ਹਰ ਇੱਕ ਵਿਅਕਤੀ ਇੱਥੇ ਆ ਰਿਹਾ ਤੇ ਸਟੇਜ ਸਾਂਝੀ ਕਰ ਰਿਹਾ, ਆਪਣੇ ਆਪਣੇ ਵਿਚਾਰ ਦੇ ਰਿਹਾ। ਅੰਦਰ ਸੁਜੈਸ਼ਨ ਬਾਕਸ ਵੀ ਰੱਖੇ ਹੋਏ ਨੇ ਵੀ ਕਿਸੇ ਦਾ ਕੋਈ ਵਿਚਾਰ ਹੈ ਜਾਂ ਕਿਸੇ ਨੇ ਕੁਝ ਕਹਿਣਾ ਤਾਂ ਉਹ ਸੁਜੈਸ਼ਨ ਬਾਕਸ ਵਿੱਚ ਕਹਿ ਸਕਦਾ ਹੈ। ਸਾਡੇ ਬਲਜਿੰਦਰ ਸਿੰਘ ਪਰਵਾਨਾ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਵੀ ਇੱਥੇ ਪਹੁੰਚੇ ਹੋਏ ਨੇ। ਇਹ ਸੰਘਰਸ਼ ਉਹਨਾਂ ਲਿਖਿਆ ਗਿਆ ਕਦ ਤੱਕ ਚੱਲੇਗਾ ਸੰਘਰਸ਼? ਕਿ ਕਿਸਾਨਾਂ ਨੂੰ ਆਪਣੇ ਹੱਕ ਮਿਲਣਗੇ? ਕਿ ਕੇਂਦਰ ਸਰਕਾਰ ਸੁਣੇਗੀ? ਬਲਜਿੰਦਰ ਸਿੰਘ ਪਰਵਾਨਾ ਜੀ, ਪਹਿਲਾਂ ਮੇਰਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਸੰਘਰਸ਼ ਰੱਖਿਆ ਗਿਆ ਹੈ, ਸੰਘਰਸ਼ ਵਿੱਢਿਆ ਗਿਆ, ਕਿਸਾਨ ਧਰਨੇ ਤੇ ਬੈਠੇ ਨੇ, ਤੁਹਾਨੂੰ ਲੱਗਦਾ ਕਿ ਦਿੱਲੀ ਹੁਣ ਸਾਡੀ ਸੁਣੇਗੀ? ਦੇਖੋ ਜੀ, ਜੇ ਆਪਾਂ ਇਹ ਸੋਚ ਕੇ ਲਾਈਏ ਵੀ ਸੁਣੇਗੀ ਜਾਂ ਨਹੀਂ ਸੁਣੇਗੀ, ਫਿਰ ਅਸੀਂ ਸੰਘਰਸ਼ ਨਹੀਂ ਕਰ ਸਕਦੇ, ਮੋਰਚੇ ਨਹੀਂ ਲਾ ਸਕਦੇ। ਸੋ ਜਿਹੜਾ ਪੰਜਾਬ ਦਾ ਕਿਸਾਨ ਜਾਂ ਪੰਜਾਬ ਵਿੱਚ ਰਹਿਣ ਵਾਲਾ ਪੰਜਾਬੀ ਜਿਹੜਾ ਹੈ, ਉਹ ਸ਼ੁਰੂ ਤੋਂ ਹੀ ਮਤਲਬ ਇਸ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਸੰਘਰਸ਼ੀ ਰਿਹਾ। ਇਹ ਯੋਧਿਆਂ ਦੀ ਧਰਤੀ ਰਹੀ ਆ ਤੇ ਸਾਡਾ ਫਰਜ਼ ਆ ਸੰਘਰਸ਼ ਕਰਨਾ। ਤੇ ਅੱਜ ਤੱਕ ਜਦੋਂ ਵੀ ਪੰਜਾਬ ਨੇ ਸੰਘਰਸ਼ ਕੀਤਾ, ਜੇ ਸਿਕੰਦਰ ਵਰਗੇ ਪੂਰੀ ਦੁਨੀਆ ਨੂੰ ਜਿੱਤ ਕੇ ਪੰਜਾਬ ਵੱਲ ਨੂੰ ਮੂੰਹ ਕਰਦੇ ਨੇ ਤੇ ਜਿਹੜੇ ਪੰਜਾਬੀ ਨੇ ਮੂੰਹ ਤੋੜ ਕੇ ਵਾਪਸ ਭੇਜਦੇ ਨੇ, ਤੇ ਜੇ ਅੱਜ ਮੋਦੀ ਕਸ਼ਮੀਰ, ਲੱਦਾਖ, ਸ਼ਹੀਨ ਬਾਗ ਜਾਂ ਬਾਬਰੀ ਮਸਜਿਦ ਜਿੱਤ ਕੇ ਉਹ ਪੰਜਾਬ ਵੱਲ ਨੂੰ ਕੂਚ ਕਰ ਰਿਹਾ, ਤੇ ਇਸ ਸੰਘਰਸ਼ ਨੇ ਮੋਦੀ ਦਾ ਮੂੰਹ ਬਿਲਕੁਲ ਭੰਨਣਾ। ਪਹਿਲਾਂ ਵੀ ਦੇਖਿਆ ਅਸੀਂ, ਹੁਣ ਜਿਵੇਂ ਕਿਸਾਨ ਬੈਠੇ ਨੇ ਕਹਿੰਦੇ ਅਸੀਂ ਕੋਈ ਵੀ ਹਥਿਆਰ ਨਾਲ ਪ੍ਰੋਟੈਸਟ ਨਹੀਂ ਕਰਨਾ ਕਿਉਂਕਿ ਆਪਣਾ ਸੰਵਿਧਾਨ ਇਜਾਜ਼ਤ ਦਿੰਦਾ ਵੀ ਨਹੀਂ ਹੈ। ਸੰਵਿਧਾਨ ਪੀਸਫੁਲ ਤਰੀਕੇ ਨਾਲ ਇਜਾਜ਼ਤ ਦਿੰਦਾ, ਤੁਸੀਂ ਧਰਨਾ ਲਗਾ ਸਕਦੇ ਹੋ, ਪ੍ਰੋਟੈਸਟ ਕਰ ਸਕਦੇ ਹੋ। ਫਿਰ ਤੁਹਾਨੂੰ ਲੱਗਦਾ ਜੀ ਪ੍ਰੋਟੈਸਟ ਕਰਦੇ ਨੇ ਕਿਸਾਨ, ਧਰਨਾ ਪੀਸਫੁਲ ਦੇ ਨੇ, ਕਿਸਾਨਾਂ ਨੂੰ ਕਿੰਨਾ ਨੇ ਡੰਡੇ, ਪੁਲਿਸ ਵਾਲਿਆਂ ਨੂੰ ਕਿਉਂ ਹੱਕ ਦੇਤਾ? ਕਿੰਨੇ ਹੱਕ ਦਿੱਤਾ ਪੁਲਿਸ ਵਾਲਿਆਂ ਨੂੰ ਡੰਡੇ ਮਾਰੇ ਕਿਸਾਨਾਂ ਦੇ? ਦੇਖੋ, ਜਦੋਂ ਆਪਾਂ ਗੱਲ ਕਰਦੇ ਹਾਂ ਵੀ ਪੀਸਫੁਲੀ, ਕਿਸਾਨ ਤਾਂ ਪੀਸਫੁਲੀ ਹੀ ਬੈਠਾ ਹੈ। ਤੇ ਦੂਜੀ ਗੱਲ ਰਹੀ ਵੀ ਹਥਿਆਰਮੀ ਸੰਘਰਸ਼, ਤੇ ਹਥਿਆਰ ਨੂੰ ਵੱਧ ਤੋਂ ਵੱਧ ਡਾਂਗਾ ਲੈ ਕੇ ਆ ਜਾਣਗੇ ਲੋਕ, ਜਾਂ ਕਿੰਨਿਆਂ ਕੋਲ ਅਸਲਾ ਹੋਊਗਾ, ਇਹ 100,000 ਘਰ ਪਿੱਛੇ ਕੋਲ, ਤੇ ਕੀ ਉਹ ਮੁਕਾਬਲਾ ਕਰ ਲੈਣਗੇ? ਜਾਂ ਦੱਸੋ ਵੀ ਮੁਕਾਬਲਾ ਕਰ ਲੈਣਗੇ? ਪ੍ਰਸ਼ਾਸਨ ਨਹੀਂ ਭਰ ਰਹਿਣਾ, ਪੁਲਿਸ ਨੇ ਭਰ ਰਹਿਣਾ। ਪਰ ਇਹ ਜਾਣ ਬੁੱਝ ਕੇ ਮਤਲਬ ਜਿਹੜੀ ਐਮਰਜੈਂਸੀ ਹੁਣ ਪੁਲਿਸ ਨੂੰ ਦਿੱਤੀ ਗਈ ਹੈ,
ਉਹ ਇਸ ਕਰਕੇ ਦਿੱਤੀ ਗਈ ਹੈ ਵੀ ਐਮਰਜੈਂਸੀ ਦੇ ਹਾਲਾਤ ਜਿਹੜੇ ਪਹਿਲਾਂ ਬਣੇ ਸੀ ਪੰਜਾਬ ਦੇ ਵਿੱਚ, ਉੱਦਾਂ ਦੇ ਹਾਲਾਤ ਸੈਂਟਰ ਜਿਹੜੀ ਹੈ ਇੱਥੇ ਆਰਮੀ ਜਿਹੜੀ ਲਾਣਾ ਚਾਹੁੰਦੀ ਹੈ। ਕਿਉਂਕਿ ਜਦੋਂ ਪੁਲਿਸ ਨੂੰ ਹੁਣ ਛੂਟ ਦੇ ਦਿੱਤੀ ਤੇ ਪੁਲਿਸ ਨੂੰ ਛੂਟ ਦੇਣ ਤੋਂ ਬਾਅਦ ਪੁਲਿਸ ਹੁਣ ਆਪਣੀ ਖੁੱਲ੍ਹ ਕਰ ਸਕਦੀ ਹੈ। ਜਦੋਂ ਪੁਲਿਸ ਆਪਣੀ ਖੁੱਲ੍ਹ ਕਰੇਗੀ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਪੀਸਫੁਲੀ ਨੇ, ਪਰ ਉਹ ਸੰਘਰਸ਼ ਜਦੋਂ ਕਰਨਗੀਆਂ ਤੇ ਕਿਤੇ ਨਾ ਕਿਤੇ ਆਪਸੀ ਮੁੱਠਭੇੜ ਤੇ ਹੋਏਗਾ, ਭਾਵੇਂ ਇੱਟਾਂ ਚੱਲਣ ਭਾਵੇਂ ਰੋੜੇ ਚੱਲਣ। ਉਸ ਦੌਰਾਨ ਫਿਰ ਇੱਕ ਦੋ ਬੰਦੇ ਮੌਤ ਦੇ ਘਾਟ ਉਤਰ ਜਾਣਗੇ, ਮਤਲਬ ਮਰ ਜਾਣਗੇ, ਤੇ ਫਿਰ ਇਹ ਸੈਂਟਰ ਨੂੰ ਐਮਰਜੈਂਸੀ ਲਾਣੀ ਜਿਹੜੀ ਆ ਉਹ ਬੜੀ ਸੌਖੀ ਹੋ ਜਾਏਗੀ। ਸੋ ਇਸ ਨੀਤੀ ਤਹਿਤ ਉਹਨਾਂ ਨੇ ਪੁਲਿਸ ਨੂੰ ਖੋਲ੍ਹ ਦਿੱਤੀ ਹੈ। ਤੁਹਾਨੂੰ ਲੱਗਦਾ ਕਿ ਕਿਸਾਨ ਕੀ ਕਰਨ, ਜੇ ਕਿਸਾਨਾਂ ਨੂੰ ਹੱਕ ਨਹੀਂ ਮੰਨਦੇ ਕਦ ਤੱਕ ਮੋਰਚਾ ਚੱਲੂਗਾ? ਪਹਿਲਾਂ ਵੀ ਦੇਖਿਆ ਸ਼ਹੀਨਬਾਗ ਵਿੱਚ ਵੀ ਮੋਰਚਾ ਲੱਗਿਆ ਰਿਹਾ, ਕਰੋਨਾ ਕਰਕੇ ਜਿਹੜਾ ਹੈਗਾ ਉਹ ਉੱਥੇ ਉੱਠਣਾ ਵੀ ਪਿਆ। ਬਾਅਦ 'ਚ ਕੱਲ੍ਹ ਵੀ ਇੱਕ ਕੋਰਟ ਨੇ ਕਹਿ ਦਿੱਤਾ ਕਿ ਸ਼ਹੀਨਬਾਗ ਵਾਲੇ ਜਿੰਨੇ ਵੀ ਸੀ ਉਹ ਪ੍ਰੋਟੈਸਟ ਕਰ ਸਕਦੇ ਨੇ, ਪਰ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਉਹ ਜਗ੍ਹਾ ਸੜਕ ਰੋਕਣ ਜਾਂ ਕਿਸੇ ਦੀ ਆਵਾਜਾਈ ਰੋਕਣ। ਕਿਸਾਨ ਕੋਈ ਸੜਕ ਨਹੀਂ ਰੋਕਦੇ, ਇੱਥੇ ਆਵਾਜਾਈ ਨਹੀਂ ਰੋਕਦੇ, ਇੱਕ ਸੈਪਰੇਟ ਆਪਣੇ ਇਹਨਾਂ ਨੇ ਟੈਂਟ ਲਗਾ ਕੇ ਇੱਥੇ ਬੈਠੇ ਨੇ। ਹੁਣ ਸਵਾਲ ਇਹ ਹੁੰਦਾ ਕਿ ਤੁਹਾਨੂੰ ਲੱਗਦਾ ਜੇ ਪ੍ਰੋਟੈਸਟ ਲਗਾਤਾਰ ਚੱਲਦਾ ਰਿਹਾ ਕੱਲ੍ਹ ਨੂੰ ਪੁਲਿਸ ਆ ਕੇ ਇਹਨਾਂ ਦਾ ਵੀ ਡਾਂਗਾ ਮਾਰ ਸਕਦੀ ਹੈ? ਦੇਖੋ ਜੀ, ਪੁਲਿਸ ਤਾਂ ਕੁਝ ਵੀ ਕਰ ਸਕਦੀ ਹੈ ਨਾ, ਪੁਲਿਸ ਦੀ ਤਾਂ ਨੌਕਰੀ ਹੈ, ਉਹਨਾਂ ਨੇ ਤੇ ਮਾਲਕ ਦਾ ਹੁਕਮ ਵਜਾਣਾ ਹੈ। ਜਿਵੇਂ ਕੈਪਟਨ ਨੇ ਕਹਿਤਾ ਉਵੇਂ ਕਰ ਦੇਣਾ, ਜਿਵੇਂ ਸੈਂਟਰ ਨੇ ਕਹਿਤਾ ਉਵੇਂ ਕਰ ਦੇਣਾ। ਸੋ ਇਸ ਕਰਕੇ ਪੁਲਿਸ ਉੱਪਰ ਤਾਂ ਆਪਾਂ ਭਰੋਸਾ ਕਰ, ਪੁਲਿਸ ਤਾਂ ਕੁਝ ਵੀ ਕਰ ਸਕਦੀ ਹੈ। ਪੁਲਿਸ ਦੇ ਵਿੱਚ ਵੀ ਜਿਹੜੇ ਨੌਜਵਾਨ ਵੀ ਡਿਊਟੀ ਕਰਦੇ ਉਹ ਵੀ ਕਿਸਾਨਾਂ ਦੇ ਜੱਟਾਂ ਦੇ ਪੁੱਤ ਨੇ, ਪਰ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਪਰ ਇਹ ਪੁਲਿਸ ਨੂੰ ਵੀ ਸੋਚਣਾ ਚਾਹੀਦਾ, ਪੰਜਾਬ ਦੀ ਨੂੰ ਵੀ ਇਸ ਸਮੇਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਬਿਲਕੁਲ ਡਟ ਕੇ ਜੇ ਕਿਸਾਨਾਂ ਦੇ ਨਾਲ ਹੀ ਖੜ ਜਾਵੇ। ਮੰਨ ਲਓ ਸੈਂਟਰ ਨੇ ਆਰਡਰ ਦੇਤਾ ਵੀ ਡਾਂਗ ਫੇਰੋ, ਪਰ ਪੰਜਾਬ ਦੀ ਪੁਲਿਸ ਨੂੰ ਪਤਾ ਨਹੀਂ, ਪੰਜਾਬੀਆਂ ਨੂੰ ਨਹੀਂ ਪਤਾ ਵੀ ਆਪਣੇ ਹੱਕਾਂ ਵਾਸਤੇ ਖੜੇ, ਸਾਡੇ ਵਾਸਤੇ ਬੈਠੇ ਨੇ। ਸਾਡੀਆਂ ਵੀ ਬੇਸ਼ੱਕ ਵਰਦੀਆਂ ਜ਼ਰੂਰ ਪਾਈਆਂ ਨੇ, ਜ਼ਮੀਨਾਂ ਤਾਂ ਉਹਨਾਂ ਦੀਆਂ ਵੀ ਹੋਣਗੀਆਂ, ਸੋ ਸਾਡੇ ਵਾਸਤੇ ਹੀ ਬੈਠੇ ਨੇ। ਸੋ ਇਹ ਗੱਲਾਂ ਪੰਜਾਬ ਦੇ ਉੱਚ ਦਰਜੇ ਦੇ ਅਫਸਰਾਂ ਨੂੰ ਸੋਚਣੀਆਂ ਚਾਹੀਦੀਆਂ ਨੇ ਵੀ ਜੇ ਕਿਸਾਨਾਂ ਨੇ ਬਗਾਵਤ ਕੀਤੀ ਹੈ, ਜੇ ਅਫਸਰਸ਼ਾਹੀ ਵੀ ਬਗਾਵਤ ਕਰ ਦਿੰਦੀ ਹੈ ਤੇ ਰਾਹ ਜਿਹੜਾ ਹੋਰ ਬੜਾ ਪੱਧਰਾ ਹੋ ਜਾਂਦਾ। ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ? ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ, ਕਹਿੰਦੇ ਵੀ ਕਿਸਾਨਾਂ ਦੇ ਨਾਲ ਖੜੇ, ਇਤਿਹਾਸਕ ਪਾਰਟੀ ਹੈ, ਮੋਰਚੇ ਲਗਾਉਂਦੀ ਸੀ, ਧਰਨੇ ਲਗਾਉਂਦੀ ਸੀ। ਫਿਰ ਤੁਹਾਨੂੰ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਧਰਨੇ ਲਗਾਦੇ ਨੇ, ਝਲਕ ਦਿਖਾਈ ਦਿੱਤੀ ਪੁਰਾਣੀ ਪਾਰਟੀ ਦੀ? ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਲਾਂਤੀਆਂ ਦੀ ਪਾਰਟੀ ਨਾਲ ਵੇਖਦਾ ਵੀ ਲਾਂਤੀ ਇਕੱਠੇ ਹੋਏ ਨੇ। ਕਿਉਂਕਿ 2015-16 ਜਦੋਂ ਬਰਗਾੜੀ ਦਾ ਮੋਰਚਾ ਲੱਗਿਆ, ਸਾਡੇ ਸਿੰਘ ਸ਼ਹੀਦ ਹੋਏ ਤੇ ਸੁੱਖੇ ਦਾ ਕਹਿਣਾ ਸੀ ਵਿਹਲੇ ਨੇ ਤੇ ਮੋਰਚਿਆਂ ਤੇ ਧਰਨਿਆਂ ਤੇ ਆ ਕੇ ਬਹਿ ਜਾਂਦੇ ਨੇ। ਹੁਣ ਉਹੀ ਵਿਹਲਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕੀਤਾ, ਕਿਸੇ ਬੰਦੇ ਨੇ ਨਹੀਂ ਕੀਤਾ। ਜਿਹੜਾ ਜਿਹਨੂੰ ਗੁਰੂ ਮਾਰਦੇ ਨੇ ਉਹ ਕਦੇ ਖੜਾ ਨਹੀਂ ਹੋ ਸਕਦਾ। ਤੇ ਅੱਜ ਵੀ ਉਹ ਜੋ ਕੁਝ ਕਰ ਰਹੇ ਨੇ ਤੁਸੀਂ ਵੇਖ ਲਓ, ਗਏ ਤੇ ਰੈਲੀ ਕਰਨ, ਕੀ ਆਵਾਜ਼ ਗਈ ਰੈਲੀ ਦੀ? ਲਾਂਤਾਂ ਦੀ ਆਵਾਜ਼ ਜਾਰੀ ਜਾ ਰਹੀ ਹੈ ਜਨਾਬ। ਜਦੋਂ ਸੜਕਾਂ ਦੇ ਕਿਸਾਨ ਖੜੇ ਕਹਿ ਰਹੇ ਨੇ ਠੱਗ ਪਾਰਟੀ ਮੁਰਦਾਬਾਦ, ਬਾਦਲ ਮੁਰਦਾਬਾਦ, ਕੋਲੋਂ ਹੀ ਲੰਘ ਰਹੇ ਨੇ, ਨਾਲੇ ਸਿਕਿਉਰਿਟੀ ਨਾਲ, ਬੰਦੇ ਨਾਲ, ਪਾਰਟੀ ਨਾਲ। ਪੱਤਰਕਾਰ ਸਾਹਿਬ ਚੱਪਣੀ ਹੁੰਦੀ ਹੈ ਨਾ, ਮੈਂ ਕਹਿੰਦਾ ਜੇ ਨਹੀਂ ਲੱਭਦੀ ਚਮਚਾ ਦੇ ਹੈਗਾ ਘਰ ਦੇ ਵਿੱਚ ਇਹਨਾਂ ਦੇ। ਤੇ ਜਦੋਂ ਇਦਾਂ ਦੀਆਂ ਲਾਹਨਤਾਂ ਪੈਣ ਤੇ ਚਮਚੇ ਵਿੱਚ ਨੱਕ ਡਬੋ ਕੇ ਸੁੱਖੇ ਵਰਗਿਆਂ ਨੂੰ ਜਾਂ ਇਹ ਜਿਹੜੇ ਲਾਹਨਤੀ ਨੇ ਇਹਨਾਂ ਨੂੰ ਮਰ ਜਾਣਾ ਚਾਹੀਦਾ, ਲੋਕਾਂ 'ਚ ਆਉਣਾ ਨਹੀਂ ਚਾਹੀਦਾ। ਪਰ ਇਹ ਸਮੇਂ ਕਿਸਾਨਾਂ ਦੇ ਸੰਘਰਸ਼ ਨੂੰ ਜੇ ਢਾਹ ਲਾਈ ਹੈ ਨਾ, ਵੱਡੀ ਢਾਹ ਕਾਂਗਰਸੀ ਤੇ ਅਕਾਲੀਆਂ ਨੇ ਲਾਈ ਹੈ। ਕਿਉਂ? ਵੱਡੇ ਵੱਡੇ ਇਕੱਠ ਕਰਕੇ, ਵੱਡੀ ਵੱਡੀ ਰੈਲੀਆਂ ਕਰਕੇ ਆਪਣੇ ਵੱਲ ਖਿੱਚ ਰਹੇ ਪਾਰਟੀ ਦੇ ਨਾਂ ਨੂੰ, ਤੇ ਕਿਸਾਨਾਂ ਦੇ ਸੰਘਰਸ਼ ਨੂੰ ਢਾਹ ਲਾਤੀ। ਪਰ ਚੱਲ ਰਿਹਾ ਅਜੇ ਵੀ ਇਹ ਜਿਹੜੇ ਨੌਜਵਾਨ, ਮੈਂ ਹਮੇਸ਼ਾ ਕਹਿੰਦਾ ਵੀ ਆ ਜਿਹੜਾ ਸੰਘਰਸ਼ ਨਿਕਲ ਰਿਹਾ, ਮੋਦੀ ਕਾਨੂੰਨ ਫੇਲ ਕਰੇ ਜਾਂ ਨਾ ਕਰੇ, ਦੈਟ ਇਜ਼ ਸੈਪਰੇਟ ਮੈਟਰ। ਅਸੀਂ ਤਾਂ ਲੜਨਾ ਹੈ ਨਾ, ਸਾਡਾ ਤਾਂ ਸੰਘਰਸ਼ ਹੈ ਨਾ, ਅਸੀਂ ਤਾਂ ਕਰਨਾ ਹੈ ਨਾ। ਪਰ ਇਹ ਸੰਘਰਸ਼ ਵਿੱਚੋਂ ਜੋ ਨਿਕਲ ਕੇ ਸਾਹਮਣੇ ਆਇਆ ਉਹ ਕੀ ਆਇਆ ਪਤਾ? ਉਹ ਆਇਆ ਪੰਜਾਬ ਦੀ ਨੌਜਵਾਨੀ ਇੱਕੋ ਮੁੱਦੇ ਤੇ, ਇੱਕੋ ਵਿਸ਼ੇ ਤੇ, ਸਾਰੇ ਭਰਾ ਵੀਰ, ਧਾਰਮਿਕ ਮੱਤ ਵਾਲੇ, ਸਿਆਸੀ ਮੱਤ, ਜਿਹੜੇ ਨੌਜਵਾਨ ਵੱਖਰੀ ਵੱਖਰੀ ਮੱਤ ਰੱਖਦੇ ਨੇ, ਉਹ ਸਾਰੇ ਇੱਕੋ ਪਲੇਟਫਾਰਮ ਤੇ ਆ ਗਏ ਨੇ। ਬੀਜੇਪੀ ਨੂੰ ਕਿੱਦਾਂ ਦੇਖਦੇ ਹੋ? 2022 ਦੀ ਇਲੈਕਸ਼ਨ ਹੈਗੀਆਂ, ਚੋਣਾਂ ਹੈਗੀਆਂ ਨੇ, ਬੀਜੇਪੀ ਫਿਰ ਤੁਹਾਨੂੰ ਲੱਗਦਾ ਕੋਈ ਸਿੱਖ ਚਿਹਰਾ ਭਾਲ ਰਹੀ ਹੈ, ਫਿੱਟ ਕੀਤਾ ਜਾਵੇ ਪੰਜਾਬ ਦੇ ਵਿੱਚ ਕਿ ਸਿੱਖ ਚਿਹਰਾ ਨਾਲ ਅਸੀਂ ਜਿੱਤ ਲਾਂਗੇ ਪੰਜਾਬ ਨੂੰ? ਦੇਖੋ, ਪੰਜਾਬ ਤੋਂ ਬਾਹਰ ਦਾ ਤੇ ਮੈਨੂੰ ਪਤਾ ਨਹੀਂ ਵੀ ਬੀਜੇਪੀ ਜਿੱਤਦੀ ਹੈ ਕਿ ਹਾਰਦੀ ਹੈ। ਸਾਨੂੰ ਸਾਡੀ ਅਣਖ ਦਾ ਪਤਾ ਹੈ ਵੀ ਸੈਂਟਰ 'ਚ ਸਰਕਾਰ ਕੋਈ ਹੋਰ ਹੁੰਦੀ ਤੇ ਪੰਜਾਬ 'ਚ ਕੋਈ ਹੋਰ ਹੁੰਦੀ ਹੈ। ਇਤਿਹਾਸ ਪਿਛਲਾ ਵੀ ਪੜ੍ਹ ਕੇ ਵੇਖ ਲਓ ਜੇ, ਭਾਵੇਂ ਸੈਂਟਰ 'ਚ ਹੋਰ ਹੈ, ਪੰਜਾਬ ਹਮੇਸ਼ਾ ਨਵੀਂ ਨੀਤੀ ਬਣਾਉਂਦਾ ਆਇਆ। ਤੇ ਇਹ ਹੁਣ ਭਾਜਪਾ ਵਾਲਿਆਂ ਦੇ ਘਰੋਂ ਨਿਕਲਣਾ ਔਖਾ ਹੋਇਆ। ਤੁਸੀਂ ਸਰਕਾਰ ਦੀਆਂ ਗੱਲਾਂ ਪੇ ਕਰਦੇ ਹੋ ਇਸ ਸਮੇਂ। ਚਲੋ ਆਪਾਂ ਹੁਣ ਸਵਾਲ ਮੈਂ ਬਦਲ ਦੇਣਾ, ਇੱਕ ਸਵਾਲ ਹੋਰ ਹੈ ਕਿ ਜੇ ਬੀਜੇਪੀ ਆਪਣੇ ਬਿੱਲ ਸਹੀ ਗਿਣਾ ਰਹੀ ਹੈ ਕਿ ਬੀਜੇਪੀ ਹੁਣ ਕਹਿ ਰਹੀ ਹੈ ਕਿ ਬਿੱਲ ਬਿਲਕੁਲ ਸਹੀ ਨੇ, ਕਿਸਾਨਾਂ ਦੇ ਹੱਕਾਂ ਵਿੱਚ ਨੇ, ਕਿ ਬੀਜੇਪੀ ਦੀ ਕਿਸੇ ਵੀ ਹਿੰਦੁਸਤਾਨ ਦੇ ਲੀਡਰ ਦੀ ਇੰਨੀ ਹਿੰਮਤ ਹੈਗੀ ਹੈ ਕਿ ਧਰਨਿਆਂ ਵਿੱਚ ਜਾ ਕੇ ਦੱਸ ਸਕੇ ਕਿ ਜਿਹੜੇ ਬਿੱਲ ਨੇ ਉਹ ਕਿਸਾਨਾਂ ਦੇ ਹੱਕ ਵਿੱਚ ਨੇ? ਬਾਈ ਦੱਸਣਾ ਤੇ ਬੜੀ ਦੂਰ ਦੀ ਗੱਲ ਹੈ ਮੇਰੇ ਵੀਰ, ਉਹ ਜਾ ਹੀ ਨਹੀਂ ਸਕਦੇ। ਪਹਿਲੀ ਗੱਲ ਜੇ ਕਿਸਾਨਾਂ ਦੇ ਹੱਕ ਦੀ ਗੱਲ ਤੁਸੀਂ ਕਹਿ ਰਹੇ ਹੋ, ਕਿਹੜੇ ਪਾਸੇ ਉਹ ਹੱਕ ਦੀ ਗੱਲ ਹੈ?
ਇਹ ਜਿਹੜੇ ਰੋਲੇ ਪੈਂਦੇ ਪਏ ਨੇ, ਲੋਕ ਬੈਠੇ, ਨੌਜਵਾਨ ਬੈਠੇ, ਬੁੱਧੀਜੀਵੀ ਬੈਠੇ, ਸਾਡੇ ਵਰਗੇ ਆ ਕੇ ਬੈਠੇ, ਹੋਰ ਕਿਸਾਨ ਕੱਲਾ ਕੱਲਾ ਬੈਠਾ, ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ, ਕਲਾਕਾਰ ਜਿਹੜੇ VIP ਕਲਚਰ ਨੂੰ ਛੱਡ ਕੇ ਬਾਹਰ ਨਿਕਲ ਹੀ ਨਹੀਂ ਸਕਦੇ, ਉਹ ਰੋਡਾਂ ਤੇ ਆ ਗਏ, ਸੜਕਾਂ ਤੇ ਆ ਗਏ, ਐਕਟਰ ਆ ਗਏ। ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜਾ ਫਾਇਦਾ ਗਣਾਉਣ ਵਾਸਤੇ ਆਣਗੇ। ਮੈਂ ਤੇ ਹੱਥ ਜੋੜ ਕੇ ਸਾਰੇ ਸੜਕਾਂ ਬਾਹਰ ਆ ਕੇ BJP ਲੀਡਰ ਕਿਉਂ ਨਹੀਂ ਜਾਂਦੇ ਪੰਜਾਬ 'ਚ? ਮੈਂ ਦੱਸਤੇ ਰਿਹਾ ਫਿਰ BJP ਲੀਡਰ, ਤੁਸੀਂ ਕਿਹਾ ਵੀ ਹਿੰਮਤ ਹੋਵੇ ਕਿਸੇ 'ਚ, ਉਹ ਹਿੰਮਤ ਥੋੜੀ ਹੈ। ਉਹ ਤੇ ਮੋਦੀ ਦਾ ਦਿਆ ਕੱਠ ਪੁਤਲੀਆਂ ਨੇ ਜਨਾਬ, ਜਬ ਜਬ ਨਚਾਏਗਾ ਤਬ ਤਬ ਉਹ ਨਾਚेंगे, ਤੇ ਉਹ ਨੱਚਦੇ ਪਏ ਨੇ। ਪਰ ਹਾਂ ਜਿਵੇਂ ਚੁੱਗ ਨੇ ਪਿੱਛੇ ਜੇ ਬਿਆਨ ਦਿੱਤੇ ਅੰਮ੍ਰਿਤਸਰ ਨਿਕਲ ਕੇ ਵੀ ਆ ਕੇ ਵਿਖਾਵੇ, ਕਰੇ ਵਿਖਾਵੇ, ਤੇ ਉੱਥੇ ਵੇਖ ਲਓ ਤੁਸੀਂ ਡਾਂਗੋ ਡਾਂਗੀ ਹੋਈ ਹੈ, ਕਈਆਂ ਦੇ ਸਿਰ ਵੀ ਖੁੱਲੇ ਨੇ। ਸੋ ਕਹਿਣ ਦਾ ਭਾਵ ਇਹ ਹੈ ਵੀ ਇਹਨਾਂ ਨੂੰ ਤੇ ਆਪਣਾ ਘਰ 'ਚ ਰਹਿ ਕੇ ਖਿਆਲ ਰੱਖਣਾ ਚਾਹੀਦਾ ਹੈ। ਬਾਕੀ ਰਹੀ ਗੱਲ ਸਿਕਿਉਰਿਟੀ ਦੀ, ਸਿਕਿਉਰਿਟੀ ਤਾਂ ਉਹਨੂੰ ਵੈਸੇ ਵੀ ਬਥੇਰੀ ਮਿਲਦੀ ਰਹਿੰਦੀ ਹੈ, ਮਿਲੀ ਸਰਕਾਰ ਇਹਨਾਂ ਦੀ, ਜਦੋਂ ਮਰਜ਼ੀ ਲੈ ਲੈਣ। ਸੋ ਇਸ ਕਰਕੇ ਮੇਰੀ ਤਾਂ ਸਲਾਹ ਆ ਭਾਜਪਾ ਵਾਲਿਆਂ ਨੂੰ ਵੀ ਉਹੀ ਕਿਤੇ ਕਾਟੋ ਕਲੇਸ਼ ਨਾ ਪਾਲਿਓ। ਪੰਜਾਬੀ ਦੀ ਕਹਾਵਤ ਹੈ ਵੀ ਘਰੇ ਹੀ ਬੈਠੋ, ਹੱਕਾਂ ਦੀ ਗੱਲ। ਮੈਂ ਕਹਿੰਦਾ ਤੁਸੀਂ ਵੈਸੇ ਹੀ ਨਾ ਹੋ, ਤੁਹਾਡਾ ਭਲਾ ਹੈ, ਕਿਉਂਕਿ ਜਦੋਂ ਵੀ ਲੋਕਾਂ 'ਚ ਆ ਕੇ ਲੋਕਾਂ ਨੇ ਖਿਲਾਰ ਭੇਜਣੇ ਨੇ। ਮੋਦੀ ਨੇ ਪੰਜਾਬੀ 'ਚ ਟਵੀਟ ਕੀਤਾ, ਵਾਲੇ ਖਿਲਾਰਦੇ ਪਏ ਨੇ ਕਿ ਨਹੀਂ ਖਿਲਾਰਦੇ ਪਏ? ਜਦੋਂ ਤੁਸੀਂ ਵੇਖ ਲਓ ਹਰਿਆਣੇ ਵਾਲੇ ਕਿਸੇ ਲੀਡਰ ਨੂੰ ਖਿਲਾਰਦਾ, ਕਿਸੇ MP ਨੂੰ ਖਿਲਾਰਦਾ, ਕਿਸੇ MLA ਨੂੰ ਖਿਲਾਰਤਾ, ਉਹ ਖਿਲਾਰਦੇ ਪਏ ਨੇ। ਮੈਂ ਤਾਂ ਹੈਰਾਨ ਆ, ਕੰਮ ਸਾਡਾ ਸੀ ਪੰਜਾਬੀਆਂ ਦਾ, ਇਹ ਕੰਮ ਸਾਡਾ ਸੀ, ਹਰਿਆਣੇ ਵੱਲ ਦਿੱਤਾ, ਪਰ ਹਰਿਆਣੇ ਵਾਲਿਆਂ ਨੇ ਦਿੱਤਾ। ਅਸੀਂ ਤਾਂ ਅਜੇ ਵੀ ਲੀਡਰਾਂ ਦੇ ਪਿੱਛੇ ਤੁਰੇ ਫਿਰਦੇ, ਟਰੈਕਟਰ ਟਰਾਲੀਆਂ ਤੇ ਲਾ ਕੇ ਝੰਡੇ। ਫਿਰ ਮੋਦੀ ਨੇ ਪੰਜਾਬੀ 'ਚ ਟਵੀਟ ਕੀਤਾ, ਫਿਰ ਤੁਹਾਨੂੰ ਲੱਗਦਾ ਹੈ ਕਿ ਇਹ ਸੰਘਰਸ਼ ਦੀ ਆਵਾਜ਼ ਦਿੱਲੀ 'ਚ ਗੂੰਜੀ ਹੈ ਜਾ ਕੇ ਕਿਤੇ ਨਾ ਕਿਤੇ, ਤਾਂ ਪੰਜਾਬੀ 'ਚ ਟਵੀਟ ਹੋਇਆ? ਅੱਜ ਮੋਦੀ ਤੇ ਪੰਜਾਬੀ ਬੋਲਣ ਵੀ ਲੱਗੇਗਾ। ਤੁਸੀਂ ਕਹਿੰਦੇ ਸੰਘਰਸ਼ ਦੀ ਆਵਾਜ਼ ਹੈ ਤੇ ਟਵੀਟ ਕੀਤਾ। ਤੁਸੀਂ ਆਉਣ ਵਾਲੇ ਸਮੇਂ 'ਚ ਵੇਖ ਲਓ, ਜਦੋਂ 2022 ਦੇ ਇਲੈਕਸ਼ਨ ਆ ਗਏ ਨਾ, ਮੋਦੀ ਪੰਜਾਬ 'ਚ ਪੰਜਾਬੀ ਬੋਲੇਗਾ। ਲਿਖਾ ਲਓ ਮੇਰੇ ਕੋਲੋਂ। ਮੇਰਾ ਇੱਕ ਆਖਰੀ ਸਵਾਲ ਹੈ ਕਿ ਜਿਹੜੇ ਹੁਣ ਸਿੱਖ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਤੁਸੀਂ ਹੋ ਜਾਂ ਮੈਂ ਆ, ਕਿਸੇ ਰਾਜਨੀਤੀ ਪਾਰਟੀ ਨੂੰ ਆਪਾਂ ਜੁਆਇਨ ਕਰ ਸਕਦੇ ਹਾਂ, ਕੋਈ ਵੀ ਹਿੰਦੁਸਤਾਨ 'ਚ ਰਾਜਨੀਤੀ ਪਾਰਟੀ ਹੈ। ਫਿਰ ਤੁਹਾਨੂੰ ਲੱਗਦਾ ਹੈ ਕਿ ਸਿੱਖ ਚਿਹਰਾ ਜੇ BJP ਦਾ ਬਣੇਗਾ, ਫਿਰ ਲੋਕਾਂ ਨੂੰ ਜਾ ਕੇ ਸ਼ਰਮਿੰਦਾ ਹੋਣਗੇ ਲੋਕੀ? ਉਹ ਉਹਨਾਂ ਦੀ ਗੱਲ ਵੱਖਰੀ ਹੋ ਸਕਦੇ ਨੇ, ਇਹ ਡੈਮੋਕ੍ਰੇਸੀ ਹੈ। ਦੇਖੋ ਸਿੱਖ ਚਿਹਰਾ ਬਣ ਸਕਦਾ, ਬਣਨੋਂ ਕਿੱਡੀ ਗੱਲ ਹੈ। ਹੁਣ ਵੀ ਤੇ BJP ਦੇ ਨਾਲ ਅੰਮ੍ਰਿਤਸਰ ਸਾਹਿਬ ਭੰਗੜਾ ਪਾਇਆ, 2 ਪੱਗਾਂ ਵਾਲੇ ਖੜੇ ਸੀ। ਹੁਣ ਸਰਦਾਰ ਨੂੰ ਕੀ ਕਰੀਏ? ਸਰਦਾਰ ਕੱਲਾ ਪੱਗ ਕਰਕੇ ਥੋੜੀ ਹੈ ਜਨਾਬ। ਮੈਂ ਪੱਗ ਬੰਨੀ, ਮੈਂ ਦਾੜੀ ਰੱਖੀ, ਮੇਰੀ ਸੋਚ ਨਾਲੋਂ ਤੁਸੀਂ ਦਾੜੀ ਕੱਟੀ, ਤੁਹਾਡੀ ਜ਼ਿਆਦਾ ਵਧੀਆ ਹੋ ਸਕਦੀ ਹੈ। ਇਹ ਮੇਰੇ ਮੱਥੇ ਤੇ ਨਹੀਂ ਲਿਖਿਆ ਵੀ ਜੇ ਮੈਂ ਸਰਦਾਰ ਹਾਂ ਮੇਰੀ ਸੋਚ ਚੰਗੀ ਹੈ। ਸੋ ਇਸ ਕਰਕੇ ਜੇ ਤੁਸੀਂ ਆਹ ਗੱਲ ਕਰੋ ਵੀ ਸਰਦਾਰ ਤਾਂ ਕੋਈ ਵੀ ਵਿਕਣ ਵਾਸਤੇ ਬਥੇਰੇ, ਹੁਣ ਵੀ ਵਿਕੇ ਹੋਏ ਨੇ, ਬਥੇਰੇ ਆ ਸਕਦੇ ਨੇ, ਉਹ ਐਡੀ ਵੱਡੀ ਗੱਲ ਨਹੀਂ ਹੈ। ਕਾਂਗਰਸ ਪਾਰਟੀ ਕਿਦਾਂ ਦੇਖਦੇ? ਰਾਹੁਲ ਗਾਂਧੀ ਰੈਲੀ ਕਰਕੇ ਗਏ ਨੇ, ਕਹਿ ਰਹੇ ਨੇ ਕਿ ਰਾਹੁਲ ਗਾਂਧੀ ਕੀ ਅਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਂਗੇ, ਜਦੋਂ ਤੇ VOTING ਹੁੰਦੀ ਉਦੋਂ ਗਾਇਬ ਹੋ ਜਾਂਦੇ ਨੇ। ਭਾਈ ਤੁਹਾਡਾ ਆਗਿਆ ਹੋਵੇ ਤਾਂ ਨਾਂ ਬਦਲਣਾ ਕਿ ਰਾਹੁਲ ਗਾਂਧੀ ਦਾ? ਪੱਪੂ ਸ਼ਬਦ ਉਹਦੇ ਵਾਸਤੇ ਵਰਤਣਾ। ਪੱਪੂ ਪੰਜਾਬ ਆਇਆ, ਕਾਂਗਰਸ ਨੂੰ ਕੀ ਵੇਖਣਾ ਆਪਾਂ? ਮੈਨੂੰ ਜਵਾਬ ਦਿਓ ਤੁਸੀਂ। ਪੱਪੂ ਨੂੰ ਲੋੜ ਸੀ ਦਿੱਲੀ ਬਹਿੰਦਾ ਤੇ ਇੱਥੋਂ ਵਾਲੇ ਛੋਟੇ ਪੱਪੂਆਂ ਨੂੰ, ਨਿਆਣਿਆਂ ਨੂੰ ਦਿੱਲੀ ਬੁਲਾਉਂਦਾ। ਕਾਂਗਰਸ ਦੇ ਜਿਹੜੇ ਸਾਰੇ ਉਹਦੇ ਨਿਆਣੇ ਹੀ ਨੇ, ਹੁਣ ਕੈਪਟਨ ਵਰਗੇ ਵੀ ਨਿਆਣੇ ਹੀ ਨੇ ਰਾਹੁਲ ਪੱਪੂ ਦੇ, ਤੇ ਉਹਨਾਂ ਨੂੰ ਉੱਥੇ ਬੁਲਾਉਂਦਾ। ਪਰ ਅਫਸੋਸ ਦੀ ਗੱਲ ਇਹ ਹੈ ਵੀ ਉਸ ਪੰਜਾਬ ਦੇ ਸੰਘਰਸ਼ ਨੂੰ ਠੰਡਾ ਕਰਨ ਵਾਸਤੇ, ਖਤਮ ਕਰਨ ਵਾਸਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹ ਪੰਜਾਬ ਦੇ ਵਿੱਚ ਰੈਲੀਆਂ ਕੱਢ ਰਹੇ ਨੇ। ਇੱਥੇ ਤੁਸੀਂ ਦੱਸੋ, ਤੁਸੀਂ ਪੱਤਰਕਾਰ ਹੋ, ਮੈਂ ਤੁਹਾਡੇ ਕੋਲ ਇੱਕ ਸਵਾਲ ਕਰਦਾ ਐਜ਼ ਇੱਕ ਸਿੱਖ ਦੇ ਨਾਤੇ, ਐਜ਼ ਏ ਕਿਸਾਨ ਦਾ ਬੱਚਾ ਹੋਣ ਦੇ ਨਾਤੇ, ਐਜ਼ ਏ ਪੰਜਾਬੀ ਦੇ ਵਾਸਤੇ ਇੱਥੇ ਪਰਵਾਨਾ ਨਹੀਂ। ਤੁਸੀਂ ਇੱਕ ਪੱਤਰਕਾਰ ਨਹੀਂ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ, ਸਾਡੀ ਲੜਾਈ ਪੰਜਾਬ ਨਾਲ ਸੀ ਜਾਂ ਸਾਡੀ ਲੜਾਈ ਦਿੱਲੀ ਨਾਲ ਸੀ? ਇਹ ਗੱਲ ਦਾ ਮੈਨੂੰ ਜਵਾਬ। ਮੈਂ ਕਹਿੰਦਾ ਦਿੱਲੀ ਨਾਲ ਹੈ। ਜੇ ਮੈਨੂੰ ਸਮਝ ਆ ਗਈ, ਫਿਰ ਰਾਜਨੀਤੀ ਪਾਰਟੀ ਨੂੰ ਕਿਉਂ ਨਹੀਂ ਸਮਝ ਆਉਂਦੀ ਪਈ? ਨਹੀਂ ਸਮਝ, ਫਿਰ ਇਹੀ ਰਾਜਨੀਤੀ ਪਾਰਟੀਆਂ ਤੇ ਫਿਰ ਉਹਨਾਂ ਨੂੰ ਵੋਟਾਂ ਕਿੱਥੋਂ ਮਿਲਣ? ਉਹਨਾਂ ਤੇ ਪੁਆਇੰਟ ਚਾਹੀਦਾ ਵੀ ਸਾਨੂੰ ਜਿੱਥੋਂ ਜਿਸ ਪੁਆਇੰਟ ਤੋਂ ਸਾਨੂੰ ਇਲੈਕਸ਼ਨ, ਸਾਡੀ VOTING ਬਣੇ, ਉਹ ਲੜਨਾ। ਇਸ ਸਮੇਂ ਬਾਦਲਾਂ ਨੇ ਜਦੋਂ ਰੈਲੀ ਕੀਤੀ, ਬਾਦਲਾਂ ਨੇ ਇਹ ਨਹੀਂ ਕਿਹਾ ਅਸੀਂ ਕਿਸਾਨਾਂ ਦੇ ਪੈਰ ਲਾਤੇ, ਬਾਦਲਾਂ ਦੇ ਸੱਜਣਾ ਦੇ ਇਹ ਕਹਿਣੇ ਸੀ ਵੀ ਸਾਡੇ ਬਾਦਲਾਂ ਦੇ ਹੁਣ ਪੈਰ ਲੱਗ ਗਏ। ਨਹੀਂ, ਜਦੋਂ ਵੀ ਕਿਸਾਨ ਧਰਨੇ ਲਗਾਉਂਦੇ ਨੇ, ਫਿਰ ਬਾਦਲ ਨਾਲ ਰੈਲੀ ਕਿਉਂ ਕਰ ਲੈਂਦੇ ਨੇ? 3 ਤਖਤਾਂ ਤੋਂ ਨਿਕਲ ਗਈ, ਇਹ ਕੋਈ ਧਾਰਮਿਕ ਮੁੱਦਾ ਤਾਂ ਹੈ ਨਹੀਂ, ਤਖਤਾਂ ਨੂੰ ਰੈਲੀ ਕੱਢਣ ਦਾ ਕੀ ਇਹਨਾਂ ਨੂੰ ਫਾਇਦਾ ਹੋਇਆ? ਵੀ ਸਿਮਰੋ ਨੇ ਸਾਈਨ ਕੀਤੇ ਨੇ ਪਹਿਲਾਂ 3 ਸਤੰਬਰ ਤੱਕ ਤਾਂ ਪੂਰੇ ਸੋਲੇ ਖਾਂਦੀ ਰਹੀ ਆ ਕਾਨੂੰਨਾਂ ਦੇ। ਉਹਦਾ ਕਿਸਾਨਾਂ ਨੇ ਧੌਣ 'ਚ ਡੰਡਾ ਦਿੱਤਾ, ਇਹਨਾਂ ਦੇ ਧੌਣ ਤੇ ਗੋਡਾ ਰੱਖਿਆ, ਤਾਂ ਅਸਤੀਫਾ ਦਿੱਤਾ ਹੈ। ਉਹ ਅਸਤੀਫੇ ਤੋਂ ਬਾਅਦ ਵੀ ਕਹਿੰਦੀ ਹੈ ਵੀ ਮੈਂ ਬਿੱਲੋਂ ਕੇ ਖਿਲਾਫ ਨਹੀਂ ਆ, ਕਿਸਾਨ ਬਿੱਲਾਂ ਦੇ ਖਿਲਾਫ ਨੇ। ਹੁਣ ਤਾਂ ਅਜੇ ਵੀ ਕੁਝ ਨਹੀਂ ਜੇ ਪਤਾ ਭਾਈ ਸਾਹਿਬ। ਉਹ ਤੇ ਕਹਿੰਦੇ ਨਾ 900 ਚੂਹੇ ਖਾ ਕੇ ਬਿੱਲੀ ਹੱਜ ਕੋ ਚਲੀ, ਭਾਜੀ ਨਾ ਉਹਦਾ ਹੱਜ ਕੇ ਦਾ ਵੀ ਕੋਈ ਭਰੋਸਾ ਨਹੀਂ। ਇਹ ਲੜਾਈ ਤਾਂ ਕਿਸਾਨਾਂ ਦੀ, ਧਾਰਮਿਕ ਮੁੱਦਾ ਹੈ ਨਹੀਂ, ਤਖਤਾਂ 'ਚ ਕਿਉਂ ਰੈਲੀ ਕਰਦੀ ਅਕਾਲ ਤਖਤ ਸਾਹਿਬ? ਹਾਂ, ਇਹ ਸਵਾਲ ਤੁਹਾਡਾ ਬੜਾ ਵਾਜਬ ਹੈ। ਅਸੀਂ ਇਸ ਜਵਾਬ ਤਾਂ ਅਸੀਂ ਮੰਗਣਾ ਜਥੇਦਾਰਾਂ ਕੋਲੋਂ। ਅਸੀਂ ਇਸ ਵਾਸਤੇ ਆਉਣ ਵਾਲੇ ਸਮੇਂ 'ਚ ਆਵਾਜ਼ ਵੀ ਚੁੱਕ ਵੀ ਰਹੇ ਹਾਂ। ਨਹੀਂ, ਲੰਗਰ ਵੀ ਲਾਤੇ, ਐਸਜੀਪੀਸੀ ਲੰਗਰ ਲਾਉਣ ਦਾ ਕਿਹਨਾਂ ਨੂੰ ਹੱਕ ਦੇ ਦਿੱਤਾ? ਰਾਜਨੀਤੀ ਪਾਰਟੀਆਂ ਨੂੰ। ਰਾਜਨੀਤਿਕ ਪਾਰਟੀਆਂ ਜਾ ਰਹੀਆਂ ਨੇ ਤੇ ਤੁਸੀਂ ਉਹਦਾ ਲੰਗਰ ਤਖਤਾਂ ਤੋਂ ਬਣਾ ਕੇ ਤੇ ਤਖਤਾਂ ਤੋਂ ਹੀ ਤੁਸੀਂ ਰੈਲੀਆਂ ਕੱਢ ਰਹੇ ਹੋ। ਇਹ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸੀ, ਪਰ ਭਾਜੀ ਉਹ ਵੀ ਕੀ ਕਰੇ, ਲਿਫਾਫੇ ਵਿੱਚੋਂ ਤਾਂ ਨਿਕਲਿਆ
ਜਦੋਂ ਲਿਫਾਫਾ ਸੁਖਬੀਰ ਨੇ ਖੋਲ ਕੇ ਹਰਪ੍ਰੀਤ ਸਿੰਘ ਜਥੇਦਾਰ ਨੂੰ ਖੜਾ ਕੀਤਾ ਹੈ, ਫਿਰ ਕਿਵੇਂ ਭਾਜੀ ਤੋਤਾ ਕਿਵੇਂ ਬੋਲ ਜੇ? ਜਦੋਂ ਤੋਤੇ ਦੀ ਗਿੱਚੀ ਜਿਹੜੀ ਆ ਮਾਲਕ ਦੇ ਹੱਥ ਵਿੱਚ ਹੈ ਤੇ ਤੋਤਾ ਭਾਜੀ ਕੋਸ਼ਿਸ਼ ਨਹੀਂ ਕਰੇ, ਉਹ ਤੋਤੇ ਨੇ ਸਾਰੇ। ਫਿਰ ਜਿਹੜੇ ਨੌਜਵਾਨ ਨੇ ਫਿਰ ਪੰਥਕ ਨਾਂ ਦੇ ਵੋਟਾਂ ਕਿਉਂ ਪਾਣ? ਜੇ ਤੁਸੀਂ ਹੁਣ ਗੱਲ ਕਰ ਰਹੇ ਹੋ ਕਿ ਇਹ ਕਿਸਾਨੀ ਮੁੱਦਾ ਸੀ, ਫਿਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਨੇ ਕਿ ਪੰਥਕ ਨਾਂ ਦੇ ਵੋਟਾਂ ਪਾਓ, ਫਿਰ ਪੰਥਕ ਨਾਂ ਦੇ ਵੀ ਕਿਉਂ ਵੋਟਾਂ ਪਾਈ ਜਾਂਦੀਆਂ ਨੇ ਜਦੋਂ ਪੰਥਕ ਮੁੱਦਾ ਹੀ ਨਹੀਂ ਹੈਗਾ ਸੀ? ਭਾਜੀ ਪੰਥ ਦੇ ਨਾਂ ਤੇ ਵੋਟਾਂ ਨਹੀਂ ਪੈਂਦੀਆਂ ਹੁਣ, ਵੋਟਾਂ ਪੈਂਦੀਆਂ ਨੇ ਸ਼ਰਾਬ ਨੂੰ, ਵੋਟਾਂ ਪੈਂਦੀਆਂ ਨੋਟਾਂ ਨੂੰ, ਵੋਟਾਂ ਪੈਂਦੀਆਂ ਜੇ ਅੱਜ ਇੰਨੀਆਂ ਵੋਟਾਂ ਨੇ ਤੈਨੂੰ ਟਰੈਕਟਰ ਦਿੱਤਾ ਜਾ ਰਿਹਾ ਹੈ, ਇੰਨੀਆਂ ਵੋਟਾਂ ਵਿੱਚ ਤੈਨੂੰ ਟਰੈਕਟਰ ਦਿੱਤਾ ਜਾ ਰਿਹਾ। ਜਾ ਕੇ ਬਠਿੰਡੇ ਵਾਲੇ ਪਾਸੇ ਦੇਖ ਲਓ ਤੁਸੀਂ, ਵੋਟ ਕਿਵੇਂ ਸੀਟ ਕਿਵੇਂ ਜਿੱਤੀ ਜਾਂਦੀ ਹੈ। ਜਿਹੜੇ ਬੰਦੇ ਨੇ ਟਰੈਕਟਰ ਸ਼ਰਾਬ ਤੇ ਪੈਸੇ ਲਏ ਨੇ, ਫਿਰ ਉਹਦਾ ਹੱਕ ਹੈਗਾ ਕਿ ਦਿੱਲੀ ਜਾ ਕੇ ਪ੍ਰੋਟੈਸਟ ਕਰੇ, ਉਹਦਾ ਹੱਕ ਬੰਦਾ ਕੱਲ ਨੂੰ ਐਮਐਲਏ ਜਾ ਕੇ ਕਹੇ ਮੇਰਾ ਕੰਮ ਕਰੇ, ਉਹਦਾ ਵੀ ਹੱਕ ਹੀ ਨਹੀਂ ਬੰਦਾ। ਜਿਹੜੇ ਬੰਦੇ ਨੇ ਟਰੈਕਟਰ ਵੇਚ ਕੇ ਮਤਲਬ ਟਰੈਕਟਰ ਲੈ ਕੇ ਵੋਟਾਂ ਪਾਈਆਂ ਨੇ, ਉਹ ਇਹ ਨਾ ਸਮਝੇ ਉਹ ਸਮਝ ਲੈਣ ਆਪਣਾ ਪੁੱਤ ਵੇਚਤਾ ਬਾਦਲਾਂ ਕੋਲ, ਉਹਨੇ ਸਮਝ ਲਿਆ ਪੁੱਤ ਵੇਚਤਾ ਕਿਸਾਨਾਂ ਕੋਲ, ਉਹਨੇ ਆਪਣੀ ਧੀ ਰਾਣੀ ਫਸਲ ਜਿਹੜੀ ਜ਼ਮੀਨ ਆ ਉਹ ਮਾਂ ਵਰਗੀ ਆ, ਮਾਂ ਕਹਿੰਦੀ ਆਪਣੀ ਮਾਂ ਵੇਚਤੀ। ਜਿਹੜਾ ਬੰਦਾ 2000 ਦੇ ਨੋਟ ਤੇ ਸ਼ਰਾਬ ਤੇ ਟਰੈਕਟਰਾਂ ਤੇ ਇਹਨਾਂ ਚੀਜ਼ਾਂ ਤੇ ਮਤਲਬ ਆਪਣੀ ਵੋਟ ਵੇਚਦਾ, ਸਮਝ ਲਿਆ ਆਪਣੀ ਮਾਂ ਆਪਣੀ ਧੀ ਆਪਣੇ ਪੁੱਤ ਨੂੰ ਵੇਚਿਆ ਮੈਂ ਇਹਨਾਂ ਗੱਦਾਰਾਂ ਦੇ ਕੋਲ। ਇਸ ਤੋਂ ਉੱਪਰ ਮੈਂ ਕੁਝ ਨਹੀਂ ਕਹਿ ਸਕਦਾ ਜੀ। ਇਹ ਸਭ ਬਲਜਿੰਦਰ ਸਿੰਘ ਪਰਾਨਾ, ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿ ਜਿਸ ਤਰੀਕੇ ਨਾਲ ਸ਼ੰਭੂ ਬਾਰਡਰ ਉੱਤੇ ਇਸ ਸਮੇਂ ਕਿਸਾਨ ਧਰਨੇ ਤੇ ਬੈਠੇ ਨੇ, ਸਭ ਦੇ ਆਦੇ ਦੇ ਵਿਚਾਰ ਨੇ, ਵਿਚਾਰ ਰੱਖਣ ਦੀ ਆਜ਼ਾਦੀ ਸਭ ਨੂੰ ਹੈ। ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕਰਦਾ ਹੁੰਦਾ ਕਿ ਧਰਨੇ ਦੀ ਇਜਾਜ਼ਤ ਸਾਨੂੰ ਸੰਵਿਧਾਨ ਦਿੰਦਾ ਹੈ, ਪਰ ਸ਼ਰਤ ਹੈ ਕਿ ਧਰਨਾ ਜਿਹੜਾ ਹੈ ਉਹ ਬਿਲਕੁਲ ਸ਼ਾਂਤਪੂਰਨ ਹੋਣਾ ਚਾਹੀਦਾ, ਬਿਨਾਂ ਹਥਿਆਰਾਂ ਤੋਂ। ਉਸ ਦੇ ਬਾਵਜੂਦ ਪੁਲਿਸ ਨੂੰ ਹੱਕ ਹੀ ਨਹੀਂ ਬਣਦਾ ਕਿ ਉਹ ਸੰਵਿਧਾਨ ਦੇ ਖਿਲਾਫ ਜਾ ਕੇ ਕਿਸਾਨਾਂ ਨੂੰ ਡੰਡੇ ਮਾਰਨ। ਹੁਣ ਦੂਸਰੇ ਪਾਸੇ ਜਿਸ ਤਰੀਕੇ ਨਾਲ ਵਿਚਾਰ ਵੀ ਅਲੱਗ-ਅਲੱਗ ਦੀ ਮੈਂ ਗੱਲ ਕੀਤੀ ਹੈ, ਪਰ ਹਰ ਇੱਕ ਵਿਅਕਤੀ ਹੁਣ ਇਹ ਚਾਹੁੰਦਾ ਕਿ ਬਿੱਲ ਵਾਪਸ ਹੋ ਜਾਣ। ਹਰ ਇੱਕ ਵਿਅਕਤੀ ਜਿਹੜਾ ਕਿਸਾਨ ਦੇ ਧਰਨੇ ਵਿੱਚ ਸ਼ਾਮਿਲ ਹੈ, ਸ਼ੰਭੂ ਬਾਰਡਰ ਤੇ ਇੱਥੇ ਆ ਕੇ ਹਾਜ਼ਰੀਆਂ ਭਰ ਰਹੇ ਨੇ। ਹੁਣ ਦੇਖਾਂਗੇ ਕਿ ਦਿੱਲੀ ਹੁਣ ਪੰਜਾਬ ਨਾਲ ਕਿਹੋ ਜਿਹਾ ਵਿਤਕਰਾ ਕਰੇਗੀ, ਜਾਂ ਦਿੱਲੀ ਪੰਜਾਬ ਦੀ ਹੁਣ ਸੁਣੇਗੀ, ਜਾਂ ਪੰਜਾਬ ਵਾਲੇ ਆਪਣਾ ਹੱਕ ਜਿਹੜਾ ਉਹ ਲੈ ਕੇ ਛੱਡਣਗੇ।